13ਵੀਂ ਪੌੜੀ 6ਵੀਂ। ਪੌੜੀ ਗੱਲੀ ਸਾਧ ਨਾ ਆਵਈ ਜਿਚਰ ਮੋਹ ਖਾਲੀ ਮੋਹ ਭਰਿਐ ਕਿਉ ਬੋਲੀਐ ਰਸ ਜੀਵ ਰਸਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲੀ ਸਾਧ ਨਾ ਆਵਈ ਜਿਚਰ ਮੋਹ ਖਾਲੀ। ਪਿਛਲੀ 5ਵੀਂ ਪੌੜੀ ਦੇ ਵਿੱਚ ਜੋ ਆਪਾਂ ਵਿਚਾਰ ਕੀਤੀ ਹੈ ਕਿ ਜੋ ਕੋਈ ਪਾਣੀ ਪੀਂਦਾ ਹੈ ਉਸਦਾ ਮੂੰਹ ਭਰਿਆ ਹੋਇਆ ਹੈ, ਸਵਾਦ ਲੈ ਰਿਹਾ ਹੈ ਤੇ ਉਹ ਉਸ ਵੇਲੇ ਦੱਸ ਨਹੀਂ ਸਕਦਾ ਕਿ ਇਹਦਾ ਸਵਾਦ ਕੀ ਹੈ। ਸੋ ਗੁੰਗੇ ਕੀ ਮਠਿਆਈ ਵਾਲੀ ਜਿਹੜੀ ਹਨ ਬਾਣੀ ਦੇ ਵਿੱਚ ਸਤਿਗੁਰਾਂ ਨੇ ਦੱਸਿਆ ਹੈ ਕਿ ਉਹ ਪਰਮੇਸ਼ਰ ਦਾ ਰਸ ਦੱਸਿਆ ਨਹੀਂ ਜਾਂਦਾ ਕਿ ਉਹ ਆਨੰਦ ਕੈਸਾ ਹੈ, ਕਿਉਂਕਿ ਉਸ ਦੇ ਵਾਸਤੇ ਉਹ ਲਫ਼ਜ਼ ਉਹ ਜਿਹੜਾ ਹੈ ਜ਼ਬਾਨ ਦੁਨੀਆ ਤੇ ਨਹੀਂ ਬਣੀ। ਇੱਕੋ ਇੱਕ ਹੈ ਜੋ ਉਹ ਪਰਮੇਸ਼ਰ ਦੇ ਰਸ ਨੂੰ ਪ੍ਰਗਟ ਕਰਨ ਵਾਲੀ, ਉਹ ਹੈ ਗੁਰਬਾਣੀ, ਜੋ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਆਦਿ ਗ੍ਰੰਥ ਵਿੱਚ ਪਾਤਸ਼ਾਹ ਜੀ ਨੇ ਸੰਪੂਰਨ ਕੀਤੀ, ਸੰਕਲਨ ਕੀਤੀ, ਜਿਨ੍ਹਾਂ ਨੂੰ ਗੁਰਤਾ ਗੱਦੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਿੱਤੀ। ਭਾਈ ਗੁਰਦਾਸ ਜੀ ਇੱਥੇ ਆਪਾਂ ਨੂੰ ਉਹੀ ਗੱਲ ਜਿਹੜੀ ਹੈ ਅੱਗੇ ਸਮਝਾਉਂਦੇ ਹਨ ਕਿ ਇੱਕ ਅਵਸਥਾ ਅਲਮਸਤ ਦੀ ਹੈ, ਜਿਹੜੇ ਕਿ ਇੱਕ ਮਸਤੀ ਦੀ ਅਵਸਥਾ ਹੈ। ਜਿਹੜੇ ਕਿ ਪਰਮੇਸ਼ਰ ਦੀ ਭਗਤੀ ਕਰਦੇ ਹਨ ਉਹ ਇਹ ਐਕਸਪੀਰੀਅੰਸ ਕਰਦੇ ਹਨ, ਇਹ ਤਜਰਬਾ ਉਹਨਾਂ ਨੂੰ ਹੁੰਦਾ ਹੈ ਤੇ ਉਹਨਾਂ ਦੇ ਜਿਹੜੇ ਹਨ ਖਿਆਲ ਉੱਤਮ ਵਿਚਾਰ ਬਣਦੇ ਨੇ। ਉਹ ਸੰਸਾਰ ਦੇ ਬਾਉਂਡਰੀਜ਼ ਨੂੰ ਪਿੱਛੇ ਛੱਡ ਕੇ ਇੱਕ ਪਰਮਾਤਮਾ ਵਿੱਚ ਜਾ ਲੀਨ ਹੁੰਦੇ ਹਨ। ਭਾਈ ਗੁਰਦਾਸ ਜੀ ਬੜਾ ਸੋਹਣਾ ਇੱਥੇ ਆਪਾਂ ਨੂੰ ਸਮਝਾਉਂਦੇ ਹਨ। ਗੱਲੀ ਸਾਧ ਨਾ ਆਵਈ ਜਿਚਰ ਮੋਹ ਖਾਲੀ। ਦੇਖੋ ਕਹਿੰਦੇ ਗੱਲੀ ਸਾਧ ਨਾ ਆਵਈ, ਜੇ ਕੋਈ ਗੱਲਾਂ ਕਰੇ ਕਿ ਫਲਾਣੇ ਭੋਜਨ ਦੇ ਵਿੱਚ ਇਹ ਸਵਾਦ ਹੈ, ਇਹ ਮਿੱਠਾ ਹੈ, ਇਹ ਕੌੜਾ ਹੈ, ਇਹ ਖੱਟਾ ਹੈ। ਲੋਕੀ ਗੱਲਾਂ ਤਾਂ ਬਹੁਤ ਕਰ ਸਕਦੇ ਨੇ ਖਾਣੇ ਬਾਰੇ, ਸੋ ਭੋਜਨ ਬਾਰੇ ਜਿਹੜਾ ਕੋਈ ਗੱਲਾਂ ਕਰਦਾ ਹੈ ਜਾਂ ਇਹ ਗੱਲਾਂ ਨੂੰ ਕੋਈ ਸੁਣਦਾ ਹੈ ਕੰਨਾਂ ਦੇ ਨਾਲ, ਕਹਿੰਦੇ ਉਹ ਜਿਹੜਾ ਹੈ ਗੱਲੀ ਸਾਧ ਨਾ ਆਵੇ। ਗੱਲਾਂ ਦੇ ਨਾਲ ਉਹ ਜਿਹੜਾ ਜੀਭ ਤੇ ਸਵਾਦ, ਤੰਗ ਤੇ ਸਵਾਦ ਨਹੀਂ ਆਉਂਦਾ, ਕਿਉਂਕਿ ਉਹ ਜਿਹੜਾ ਐਕਸਪੀਰੀਅੰਸ ਕਰਨਾ ਹੈ ਨਾ ਉਹ ਇੱਕ ਵੱਖਰੀ ਗੱਲ ਹੈ। ਉਸ ਚੀਜ਼ ਨੂੰ ਖਾਣਾ ਇੱਕ ਵੱਖਰੀ ਜਿਹੜੀ ਐਕਸਪੀਰੀਅੰਸ ਹੈ, ਤਜਰਬਾ ਹੈ। ਗੱਲਾਂ ਕਰਨੀਆਂ ਜਿਹੜੀਆਂ ਫੋਕੀਆਂ ਉਹ ਤਾਂ ਜੋ ਮਰਜ਼ੀ ਕੋਈ ਕਰੀ ਜਾਵੇ ਤੇ ਇਮੇਜਿਨੇਸ਼ਨ ਭਾਵੇਂ ਕੋਈ ਜਿੰਨਾ ਮਰਜ਼ੀ ਕਰੀ ਜਾਵੇ, ਪਰ ਜਦੋਂ ਤੱਕ ਉਹ ਜਿਹੜੀ ਹਨ ਭੋਜਨ ਮੂੰਹ ਤੇ ਵਿੱਚ ਨਾ ਪਾਇਆ ਜਾਵੇ, ਜੀਭ ਦੇ ਨਾ ਰੱਖਿਆ ਜਾਵੇ, ਉਹਦਾ ਸਵਾਦ ਨਹੀਂ ਆਉਂਦਾ। ਜਿਚਰ ਮੋਹ ਖਾਲੀ ਕਹਿਣਗੇ ਜੋ ਕਿ ਮੂੰਹ ਖਾਲੀ ਹੋਵੇ, ਮੂੰਹ 'ਚ ਭੋਜਨ ਨਾ ਹੋਵੇ, ਸਿਰਫ ਗੱਲਾਂ ਹੀ ਹੋਣ ਤਾਂ ਉਹਦਾ ਸਵਾਦ ਨਹੀਂ ਆਵੇਗਾ। ਮੋਹ ਭਰਿਆ ਕਿਉਂ ਬੋਲੀਐ। ਹੁਣ ਦੂਜੀ ਅਵਸਥਾ ਬਾਰੇ ਦੱਸਦੇ ਹਨ। ਦੂਜਾ ਸਿਨੈਰੀਓ ਇਹ ਹੈ, ਕੋਈ ਭੋਜਨ ਨੂੰ ਛਕ ਰਿਹਾ ਹੈ, ਕੋਈ ਖਾ ਰਿਹਾ ਹੈ, ਸੋ ਉਹ ਜਿਹੜਾ ਹੈ ਆਪਣੇ ਮੂੰਹ ਵਿੱਚ ਪਾ ਕੇ ਉਸ ਨੂੰ ਕੰਜ਼ਿਊਮ ਕਰ ਰਿਹਾ ਹੈ, ਉਹਨੂੰ ਬਾਈਟ ਕਰ ਰਿਹਾ ਹੈ, ਉਸ ਦਾ ਸਵਾਦ ਲੈ ਰਿਹਾ ਹੈ। ਤਾਂ ਜਿਹੜਾ ਖਾ ਰਿਹਾ ਹੈ ਕਹਿੰਦੇ ਕਿਉਂ ਬੋਲੀਏ, ਉਹ ਤੋਂ ਬੋਲ ਨਹੀਂ ਹੁੰਦਾ, ਉਹ ਬੋਲ ਕੇ ਦੱਸ ਨਹੀਂ ਸਕਦਾ ਕਿਉਂਕਿ ਮੂੰਹ ਭਰੀ ਹੈ, ਉਹਦਾ ਮੂੰਹ ਭਰਿਆ ਪਿਆ ਖਾਣੇ ਦੇ ਨਾਲ। ਸੋ ਇੱਥੇ ਉਹ ਖਾ ਰਿਹਾ ਹੈ ਤੇ ਕੁਝ ਦੱਸ ਨਹੀਂ ਰਿਹਾ। ਇਹ ਦੂਜਾ ਸਿਨੈਰੀਓ ਦੱਸ ਕੇ ਰਸ ਜੀਵ ਰਸਾਲੀ। ਤੇ ਜੀਭ ਜਿਹੜੀ ਹੈ ਇਹੀ ਜੀਭ ਹੈ ਜਿਹਦੇ ਨਾਲ ਆਪਾਂ ਬੋਲਦੇ ਹਾਂ, ਇਹੀ ਜੀਭ ਹੈ ਜਿਹੜੀ ਕਿ 6 ਰਸ ਲੰਦੀ ਹੈ, 36 ਪ੍ਰਕਾਰ ਦੇ ਭੋਜਨ ਛਕਦੀ ਹੈ, 36 ਪ੍ਰਕਾਰ ਭੋਜਨਾਂ ਦੇ ਅੱਡ ਅੱਡ ਸਵਾਦ ਇਹ ਮਹਿਸੂਸ ਕਰਦੀ ਹੈ, ਇਹ ਫੀਲ ਕਰਦੀ ਹੈ। ਟੇਸਟ ਬਡਸ ਜਿਹੜੇ ਹਨ ਉਹ ਦੱਸਦੇ ਹਨ ਵੀ ਇਹ ਭੋਜਨ ਇਸ ਤਰ੍ਹਾਂ ਦਾ ਹੈ, ਇਹ ਭੋਜਨ ਇਸ ਤਰ੍ਹਾਂ ਦਾ ਹੈ। ਸੋ ਹੁਣ ਇੱਥੇ ਦੋ ਸਿਨੈਰੀਓਸ ਭਾਈ ਗੁਰਦਾਸ ਜੀ ਨੇ ਦੱਸੇ। ਇੱਕ ਉਹ ਜਿਹੜੀਆਂ ਸਿਰਫ ਗੱਲਾਂ ਹਨ ਪਰ ਮੂੰਹ ਖਾਲੀ ਹੈ। ਸੋ ਇਹ ਸਿਨੈਰੀਓ ਦੇ ਵਿੱਚ ਸਿਰਫ ਬੋਲਣਾ ਹੀ ਹੈ, ਕੋਈ ਜਿਹੜਾ ਜੀਵ ਦੇ ਨਾਲ ਉਸ ਖਾਣੇ ਬਾਰੇ ਦੱਸ ਸਕਦਾ ਹੈ। ਜਿਵੇਂ ਅੱਜ ਕੱਲ੍ਹ YouTube ਦੇ ਵਿੱਚ ਆਪਾਂ ਜਿਹੜਾ ਹਨ ਕੋਈ ਖਾਣਾ ਬਣਾਉਂਦਾ ਹੋਵੇ, ਆਪਾਂ ਉਹ ਸਿੱਖਣ ਵਾਸਤੇ, ਉਹ ਰੈਸਪੀ ਲੈਣ ਵਾਸਤੇ ਜਾਂ ਉਹਨਾਂ ਦਾ ਐਕਸਪੀਰੀਅੰਸ ਜੋ ਖਾਣਾ ਖਾਣ ਤੋਂ ਬਾਅਦ ਹੁੰਦਾ ਹੈ ਉਹ ਆਪਾਂ ਦੇਖ ਸਕਦੇ ਹਾਂ, ਆਪਾਂ ਸੁਣ ਸਕਦੇ ਹਾਂ, ਪਰ ਉਹ ਗੱਲਾਂ ਦੇ ਨਾਲ ਆਪਾਂ ਨੂੰ ਸਵਾਦ ਨਹੀਂ ਆਉਂਦਾ ਜਦੋਂ ਤੱਕ ਤੁਸੀਂ ਰਸੋਈ ਵਿੱਚ ਜਾ ਕੇ, ਕਿਚਨ ਵਿੱਚ ਜਾ ਕੇ ਉਸ ਰੈਸਪੀ ਜਿਹੜੀ ਦੱਸੀ ਹੋਈ ਹੈ ਉਸ ਦੇ ਅਨੁਸਾਰ ਤੁਸੀਂ ਭੋਜਨ ਨਹੀਂ ਬਣਾਉਂਦੇ। ਜਦੋਂ ਤੱਕ ਭੋਜਨ ਬਣਿਆ ਨਹੀਂ, ਉਹ ਖਾਣਾ ਬਣਿਆ ਨਹੀਂ, ਉਹ ਰੈਸਪੀ ਨੂੰ ਤੁਸੀਂ ਪ੍ਰੈਕਟੀਕਲ ਜਿਹੜਾ ਹੈ ਉਸ ਦਾ ਜਿਹੜਾ ਨਹੀਂ ਬਣਾਇਆ, ਤਾਂ ਉਦੋਂ ਤੱਕ ਤੁਹਾਨੂੰ ਸਿਰਫ ਗੱਲਾਂ ਹੀ ਹਨ। ਹੁਣ ਦੂਜਾ ਸਿਨੈਰੀਓ ਇਹ ਹੈ,
ਕੋਈ ਭੋਜਨ ਛਕ ਰਿਹਾ ਹੈ, ਜਿਹੜਾ ਭੋਜਨ ਛਕ ਰਿਹਾ ਉਹਨੂੰ ਗੱਲਾਂ ਦੇ ਵਿੱਚ ਕੋਈ ਜਿਹੜਾ ਹੈ ਇੰਟਰਸਟ ਨਹੀਂ ਰਹਿੰਦਾ। ਉਹਨੇ ਕੀ ਇੰਟਰਸਟ ਰੱਖਣਾ, ਉਹ ਆਨੰਦ ਮਾਣ ਰਿਹਾ ਹੈ। ਤੇਰੀ ਜੀਭ ਜਿਹੜੀ ਗੱਲਾਂ ਕਰਦੀ ਸੀ ਹੁਣ ਸਵਾਦ ਨੂੰ ਲੈਣ ਦੇ ਵਿੱਚ ਮਸਤ ਹੋ ਗਈ, ਉਹ ਐਨ ਮਸਤ ਹੋ ਕੇ ਆਪਣਾ ਸਵਾਦ ਲੈ ਰਹੀ ਹੈ। ਐਂਡ ਹੀ ਡਜ਼ਨਟ ਵਾਂਟ ਟੂ ਟਾਕ ਟੂ ਐਨੀਬਾਡੀ, ਉਹਦਾ ਜੀ ਨਹੀਂ ਕਰਦਾ ਮੈਂ ਕਿਸੇ ਨੂੰ ਦੱਸਾਂ, ਕਿਉਂਕਿ ਉਹ ਮਸਤ ਹੈ, ਉਹ ਸਵਾਦ ਲੈਣ ਵਿੱਚ ਰੁਚੀ ਹੋਈ ਹੈ। ਇਸ ਪ੍ਰਕਾਰ ਕਰਕੇ ਦੋ ਸਿਨੈਰੀਓ ਦੱਸ ਕੇ ਸ਼ਬਦ ਸੁਰਤ ਸਿਮਰਨ ਉਲੰਘ। ਦੇਖੋ ਸ਼ਬਦ ਸੁਰਤ, ਸ਼ਬਦ ਦੇ ਵਿੱਚ ਸੁਰਤੀ ਨੂੰ ਜੋੜਨਾ, ਕਨਸੈਂਟਰੇਸ਼ਨ ਫੋਕਸ ਰੱਖਾਂ ਸ਼ਬਦ ਦੇ ਵਿੱਚ, ਸਿਮਰਨ ਕਰਨਾ, ਉਹ ਪਰਮਾਤਮਾ ਦਾ ਸਿਮਰਨ ਕਰਨਾ, ਪਰਮਾਤਮਾ ਦੀ ਯਾਦ ਰੱਖਣੀ, ਪਰਮਾਤਮਾ ਨੂੰ ਹਮੇਸ਼ਾ ਚੇਤੇ ਰੱਖਣਾ, ਹਰ ਵੇਲੇ ਪਰਮਾਤਮਾ ਦੀ ਜਿਹੜਾ ਹਨ ਮਹਾਰਾਜ ਦੀ ਚਿੱਤਵਦੀ ਜਿਹੜੀ ਹੁੰਦੀ ਹੈ, ਚਿੱਤ ਦੇ ਵਿੱਚ ਉਸ ਨੂੰ ਚੇਤੇ ਕਰਨਾ, ਹਮੇਸ਼ਾ ਉਹ ਲੱਗਿਆ ਰਹਿਣਾ। ਕਹਿੰਦੇ ਉਲੰਘ, ਕਹਿੰਦੇ ਉਹਨੂੰ ਟੱਪ ਕੇ, ਜੇ ਕੋਈ ਸ਼ਬਦ ਵਿੱਚ ਜਿਹਦੀ ਸੁਰਤੀ ਜੁੜੀ ਹੋਈ ਹੈ, ਜਿਹੜਾ ਸਿਮਰਨ ਕਰ ਰਿਹਾ ਹੈ, ਉਹ ਇਹ ਦੋ ਗੱਲਾਂ ਨੂੰ ਛੱਡ ਕੇ, ਸ਼ਬਦ ਵਿੱਚ ਸੁਰਤੀ ਤੇ ਸਿਮਰਨ ਨੂੰ ਛੱਡ ਕੇ, ਨਹਿ ਨਦਰ ਨਿਹਾਲੀ, ਉਹ ਕਿਤੇ ਵੀ ਆਪਣੀ ਨਿਗਾਹ ਹੋਰ ਪਾਸੇ ਨਹੀਂ ਦੇਖਦਾ। ਉਹਨੂੰ ਹੋਰ ਪਾਸੇ ਜੋ ਕੁਝ ਹੋ ਰਿਹਾ ਹੈ, ਕੋਈ ਹੋਰ ਬੋਲ ਰਿਹਾ ਹੈ, ਕੋਈ ਹੋਰ ਜਿਹੜਾ ਹੈ ਕੋਈ ਚੀਕਾ ਮਾਰ ਰਿਹਾ, ਕੋਈ ਗਾ ਰਿਹਾ ਹੈ, ਕੋਈ ਰੌਲਾ ਪੈ ਰਿਹਾ, ਉਹਨੂੰ ਜਿਹੜਾ ਹੈ ਕੋਈ ਪਰਵਾਹ ਨਹੀਂ। ਉਹ ਆਪਣੇ ਸ਼ਬਦ ਸੁਰਤ ਦੇ ਵਿੱਚ ਮਸਤ ਹੈ, ਉਹ ਸਿਮਰਨ ਦੇ ਵਿੱਚ ਮਸਤ ਹੈ, ਤੇ ਉਹਨੂੰ ਛੱਡ ਕਰਕੇ ਉਹ ਹੋਰ ਗੱਲਾਂ ਵਿੱਚ ਆਪਣਾ ਧਿਆਨ ਨਹੀਂ ਦਿੰਦਾ। ਇਹ ਹੁਣ ਦੂਜੇ ਸਿਨੈਰੀਓ ਦੀ ਗੱਲ ਆ ਗਈ। ਕਹਿੰਦੇ ਜੋ ਲੋਕ ਸਿਮਰਨ ਸ਼ਬਦ ਦੀਆਂ ਗੱਲਾਂ ਕਰਦੇ ਨੇ, ਜੋ ਸ਼ਬਦ ਨੂੰ ਸਿਰਫ ਇੱਕ ਵਿਚਾਰਧਾਰਾ ਵਿੱਚ ਲੈ ਕੇ ਆਉਂਦੇ ਨੇ, ਜੋ ਸਿਰਫ ਸ਼ਬਦ ਨੂੰ ਘੋਟਦੇ ਹਨ ਤੇ ਸ਼ਬਦ ਦਾ ਸਿਰਫ ਰਸ ਕੱਢ ਕੇ ਲੋਕਾਂ ਨੂੰ ਇੰਪ੍ਰੈਸ ਕਰਦੇ ਨੇ, ਉਹਨਾਂ ਨੂੰ ਆਪ ਵੀ ਕਿਤੇ ਸਵਾਦ ਨਹੀਂ ਆਇਆ ਤੇ ਸੁਣਨ ਵਾਲਿਆਂ ਨੂੰ ਕੀ ਸਵਾਦ ਆਉਣਾ ਹੈ। ਤੇ ਇਹ ਦੂਸਰੇ ਨੇ ਜੋ ਕਮਾਈ ਵਾਲੇ ਗੁਰਸਿੱਖ ਨੇ, ਜੋ ਮਹਾਪੁਰਸ਼ ਨੇ, ਉਹ ਸੱਚੇ ਗੁਰਮੁਖ ਨੇ, ਜਿਨ੍ਹਾਂ ਨੇ ਸ਼ਬਦ ਵਿੱਚ ਸੁਰਤੀ ਜੋੜੀ, ਜਿਵੇਂ ਗੁਰੂ ਨੇ ਕਿਹਾ ਹੈ। ਗੁਰੂ ਮਹਾਰਾਜ ਨੇ ਕਿਹਾ ਨਾਮ ਜਪਣਾ, ਉਹ ਨਾਮ ਜਪ ਰਹੇ ਨੇ, ਸਿਮਰਨ ਕਰ ਰਹੇ ਨੇ, ਤੇ ਉਹਨਾਂ ਦੀ ਬਿਰਤੀ ਜਿਹੜੀ ਮਸਤ ਹੈ, ਉਹ ਹੋਰ ਕਿਤੇ ਆਪਣੀ ਨਜ਼ਰ ਨਹੀਂ ਪਾਉਂਦੇ। ਇਸ ਕਰਕੇ ਤੁਸੀਂ ਇੱਕ ਗੱਲ ਇੱਥੇ ਸੋਚੋਗੇ ਕਿ ਜਿਹੜਾ ਕੂੜ ਪ੍ਰਚਾਰ ਇਹਨਾਂ ਜ਼ਿਆਦਾ ਕਿਉਂ ਹੁੰਦਾ ਹੈ, ਗਲਤ ਪ੍ਰਚਾਰ ਜ਼ਿਆਦਾ ਹੁੰਦਾ ਹੈ, ਠੀਕ ਪ੍ਰਚਾਰ ਘੱਟ ਹੁੰਦਾ ਹੈ। ਗੱਲ ਇਹੀ ਹੈ, ਜਿਹੜੇ ਕਮਾਈ ਵਾਲੇ ਨੇ ਉਹ ਗੱਲਾਂ ਘੱਟ ਕਰਦੇ ਨੇ, ਉਹ ਜਿਹੜੇ ਹਨ ਆਪਣੇ ਕਮਾਈ ਦੇ ਵਿੱਚ ਉਹ ਲੱਗੇ ਰਹਿੰਦੇ ਨੇ ਮਸਤ। ਜਿਹੜੇ ਫੋਕੇ ਨੇ, ਜਿਨ੍ਹਾਂ ਨੇ ਕਿਤੇ ਗੁਰਸਿੱਖੀ ਨੂੰ ਕਮਾਇਆ ਹੀ ਨਹੀਂ, ਸਮਝਿਆ ਹੀ ਨਹੀਂ, ਗੁਰੂ ਨਾਨਕ ਨੂੰ ਪਰਮੇਸ਼ਰ ਜਾਣਿਆ ਹੀ ਨਹੀਂ, ਉਹ ਸਿਰਫ ਗੱਲਾਂ ਤੇ ਜ਼ੋਰ ਰੱਖਦੇ ਨੇ। ਉਹ ਦਿਨ ਰਾਤ ਫੇਸਬੁੱਕ ਤੇ ਬੈਠੇ ਰਹਿੰਦੇ ਨੇ, WhatsApp ਤੇ ਬੈਠੇ ਰਹਿੰਦੇ ਨੇ, ਉਹ ਗੰਦ ਪਾਉਂਦੇ ਰਹਿੰਦੇ ਨੇ, ਵੀਡੀਓ ਬਣਾ ਕੇ YouTube ਤੇ ਚੜਾਈ ਜਾਂਦੇ ਨੇ। ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈਗਾ, ਉਹਨਾਂ ਨੇ ਸਿਰਫ ਲੋਕਾਂ ਨੂੰ ਇੰਪ੍ਰੈਸ ਕਰਨਾ, ਆਪਣੇ ਆਪ ਨੂੰ ਮਸ਼ਹੂਰ ਕਰਨਾ। ਪਰ ਜਿਹੜਾ ਬੰਦਾ ਉਹ ਭੋਜਨ ਨੂੰ ਖਾ ਰਿਹਾ ਹੈ, ਜੋ ਸ਼ਬਦ ਦਾ ਰਸ ਮੰਨ ਰਿਹਾ ਹੈ, ਉਹਨੂੰ ਕੀ ਲੋੜ ਹੈ ਗੱਲਾਂ ਦੀ? ਉਹ ਤਾਂ ਆਪਣੇ ਆਪ ਦੇ ਵਿੱਚ ਸੰਤੁਸ਼ਟ ਹੈ, ਉਹ ਸੈਟੀਸਫਾਈਡ ਹੈ। ਪੰਥ ਕੋ ਪੰਥ ਨਾ ਸੁਝੇ। ਦੇਖੋ ਉਹ ਜਿਹੜਾ ਗੁਰਮੁਖ ਹੈ ਨਾ, ਗੁਰਮੁਖ ਦੀ ਅਵਸਥਾ ਜਿਹੜੀ ਹੈ ਐਸੀ ਹੈ, ਉਹ ਪੰਥ ਕੋ ਪੰਥ ਨਾ ਸੁਝਈ, ਉਹਨੂੰ ਨਹੀਂ ਸੁਝਦਾ ਇਹ ਠੀਕ ਪੰਥ ਹੈ, ਇਹ ਗਲਤ ਪੰਥ ਹੈ, ਉਹਨੂੰ ਕੋਈ ਪਰਵਾਹ ਨਹੀਂ, ਉਹਨੂੰ ਨਹੀਂ ਸੁਝਦਾ, ਉਹ ਇਹ ਗੱਲਾਂ ਵਿੱਚ ਨਹੀਂ ਪੈਂਦਾ, ਉਹ ਇਹ ਡਿਟੇਲਿੰਗ ਵਿੱਚ ਨਹੀਂ ਜਾਂਦਾ। ਉਹਦੇ ਵਾਸਤੇ ਕੀ ਹੈ, ਗੁਰੂ ਨਾਨਕ ਮੇਰਾ ਗੁਰੂ ਹੈ, ਗੁਰੂ ਨਾਨਕ ਪਰਮੇਸ਼ਰ ਹੈ, ਗੁਰੂ ਨਾਨਕ ਹੀ ਰੱਬ ਹੈ, ਮੈਂ ਹੋਰ ਕਿਤੇ ਕੀ ਲੱਭਣਾ ਹੈ, ਮੈਂ ਕੀ ਦੱਸਾਂ। ਇਹ ਰਸਤੇ ਰੱਬ ਮਿਲਦਾ ਹੈ, ਇਹ ਰਸਤੇ ਨਹੀਂ ਮਿਲਦਾ, ਕਿਉਂਕਿ ਉਹਨੂੰ ਰੱਬ ਮਿਲ ਚੁੱਕਿਆ ਹੈ। ਉਹਨੇ ਗੁਰੂ ਨਾਨਕ ਦੇ ਵਿੱਚ ਰੱਬ ਦੇਖ ਲਿਆ ਹੈ, ਉਹਨੇ ਗੁਰੂ ਨਾਨਕ ਦੇ ਵਿੱਚ ਹੀ, ਗੁਰੂ ਨਾਨਕ ਰਾਹੀਂ ਹੀ ਰੱਬ ਨੂੰ ਮਹਿਸੂਸ ਕਰ ਲਿਆ ਹੈ। ਉਹਨੇ ਰੱਬ ਦੀਆਂ ਗੱਲਾਂ ਕਰ ਲੀਆਂ ਹਨ, ਰੱਬ ਦੀਆਂ ਗੱਲਾਂ ਸੁਣ ਲੀਆਂ ਹਨ, ਪੜ੍ਹ ਲੀਆਂ ਹਨ। ਇਸ ਕਰਕੇ ਉਹਨਾਂ ਨੂੰ ਇਹ ਗੱਲਾਂ ਦੇ ਵਿੱਚ ਧਿਆਨ ਨਹੀਂ ਹੈਗਾ, ਉਹ ਇਹ ਟਾਈਮ ਖਰਾਬ ਹੀ ਨਹੀਂ ਕਰਦੇ ਇਹਨਾਂ ਵਿੱਚ। ਕਈ ਲੋਕ ਮਰਿਆਦਾ ਵਿੱਚ ਝਗੜੀ ਜਾਂਦੇ ਨੇ, ਇਹ ਜੀ ਸਿੱਖ ਰਹਿਤ ਮਰਿਆਦਾ, ਇਹ ਮਰਿਆਦਾ, ਉਹਨਾਂ ਨੂੰ ਇਹ ਗੱਲਾਂ ਵਿੱਚ ਕੋਈ ਧਿਆਨ ਨਹੀਂ। ਉਹ ਕਹਿੰਦੇ ਵੱਡੀ ਗੱਲ ਕੀ ਹੈ, ਗੁਰੂ ਨਾਨਕ ਪਰਮੇਸ਼ਰ ਹੈ, ਗੁਰੂ ਨਾਨਕ ਨੇ ਜੋ ਕਹਿਤਾ, ਜੋ ਮਹਾਰਾਜ ਨੇ ਕੀਤਾ, ਉਹਦੇ ਤੇ ਕਿੰਤੂ ਨਹੀਂ ਕਰਨੀ, ਉਹਦੇ ਵਿੱਚ ਗੁਰੂ ਮਹਾਰਾਜ ਦੀ ਅਲਪਕਤਾ ਨਹੀਂ ਪਾਉਣੀ। ਮਹਾਰਾਜ ਸਰਬਗਤਾ ਹੈ, ਮਹਾਰਾਜ ਆਲ ਕੈਪੇਬਲ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਸਮ ਗ੍ਰੰਥ ਲਿਖਿਆ, ਉਹਦੇ ਵਿੱਚ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ, ਕਿਉਂਕਿ ਮਹਾਰਾਜ ਸਮਰੱਥ ਨੇ, ਮਹਾਰਾਜ ਜੋ ਮਰਜ਼ੀ ਕਰ ਸਕਦੇ ਨੇ। ਸੋ ਇਸ ਪ੍ਰਕਾਰ ਕਰਕੇ ਜਦੋਂ ਗੁਰੂ ਨੂੰ ਆਪਾਂ ਪਰਮੇਸ਼ਰ ਮੰਨ ਲਈਏ ਨਾ, ਉਹਦੇ ਵਿੱਚ ਸਾਰੀ ਦੁਬਿਧਾ ਮੁੱਕ ਜਾਂਦੀ ਹੈ। ਇੱਥੇ ਹੁਣ ਅਵਸਥਾ ਭਾਈ ਗੁਰਦਾਸ ਜੀ ਨੇ ਦੱਸੀ, ਕਹਿੰਦੇ ਉਹ ਗੱਲ ਹੈ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ, ਨਾਨਕ ਗੁਰਮਤਿ ਸਾਚ ਸਮਾਵੋ।
ਗੱਲ ਤਾਂ ਹੈ ਸੱਚ ਵਿੱਚ ਸਮਾਉਣ ਦੀ, ਗੱਲ ਹੈ ਤਾਂ ਉਸ ਉਪਦੇਸ਼ ਨੂੰ ਕਮਾ ਕੇ ਪਰਮੇਸ਼ਰ 'ਚ ਇੱਕ ਹੋਣ ਦੀ। ਤੇ ਇਹ ਗੱਲ ਨਹੀਂ ਕਿ ਉਹਦੀਆਂ ਗੱਲਾਂ ਹੀ ਕਰੀ ਜਾਏ। ਕਹੋ ਕਬੀਰ ਗੁੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਕੀ ਕਹਿਣਾ ਹੈ ਉਹਦੇ ਬਾਰੇ? ਜੋ ਗੁੜ ਖਾ ਲਿਆ, ਮਿੱਠਾ ਲੱਗਿਆ, ਉਹਦਾ ਸਵਾਦ ਇੱਕ ਗੁੰਗਾ ਕੀ ਦੱਸ ਸਕਦਾ ਹੈ। ਇਸ ਕਰਕੇ ਪਾਤਸ਼ਾਹ ਜੀ ਨੇ ਆਪਾਂ ਨੂੰ ਇੱਥੇ ਇਹ ਗੱਲ ਸਮਝਾਈ ਹੈ। ਕਹਿੰਦੇ ਦੇਖੋ ਪੰਥ ਕੋ ਪੰਥ ਨਾ ਸੁਝਈ, ਉਹਨੂੰ ਨਹੀਂ ਪਰਵਾਹ ਹੈਗੀ। ਉਹਨੂੰ ਕੀ ਹੈ? ਦੇਖੋ ਗੁਰੂ ਨਾਨਕ ਦੇ ਸਿੱਖ ਕਿੰਨੇ ਹਨ, ਕਿੰਨੇ ਤਰ੍ਹਾਂ ਦੇ ਸਿੱਖ ਹਨ, ਕਿੰਨੀ ਸਿੱਖੀ ਨੂੰ ਉਹਨਾਂ ਨੇ ਕਮਾਇਆ ਤੇ ਕਿੰਨੀਆਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ। ਭੰਗਾਣੀ ਦੇ ਯੁੱਧ ਵਾਲੀ ਦੇਖ ਲਓ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਕਿੰਨੇ ਜਿਹੜੇ ਹਨ ਗੁਰਸਿੱਖ ਆਏ, ਕਿੰਨੇ ਹੀ ਸ਼੍ਰੇਣੀਆਂ ਵਿੱਚੋਂ ਆਏ, ਕਿੰਨੇ ਤਬਕਾਂ ਤੋਂ ਆਏ, ਜਿਹੜੇ ਹਨ ਸਾਧ ਲੋਕ ਵੀ ਆਏ, ਤਿਆਗੀ ਲੋਕ ਆ ਗਏ, ਜਿਨ੍ਹਾਂ ਨੇ ਦੁਨੀਆ ਨੂੰ ਤਿਆਗਿਆ ਹੋਇਆ ਸੀ, ਉਹ ਵੀ ਆ ਕੇ ਉਹਨਾਂ ਨੇ ਜੰਗ ਕੀਤਾ। ਕਿਤੇ ਬਚਿੱਤਰ ਨਾਟਕ ਪੜ੍ਹ ਕੇ ਦੇਖੋ, ਭੰਗਾਣੀ ਦਾ ਯੁੱਧ ਇੱਕ ਹੈਰਾਨ ਕਰਨ ਵਾਲਾ ਯੁੱਧ ਹੈ। ਉਹ ਯੁੱਧ ਦੇ ਵਿੱਚ ਉਹ ਇਨਸਾਨ ਆਏ ਜਿਹੜੇ ਕਿ ਬਿਲਕੁਲ ਵੀ ਯੁੱਧ ਨੂੰ ਨਹੀਂ ਮੰਨਦੇ ਸਨ, ਪਰ ਉਹਨਾਂ ਨੇ ਵੀ ਆ ਕੇ ਉੱਥੇ ਖੜ ਕੇ ਯੁੱਧ ਕੀਤਾ। ਦੇਖੋ ਪੰਥ ਕੁਪੰਥ ਨਾ ਸੁਝਈ, ਜਦੋਂ ਗੁਰੂ ਆ ਜਾਵੇ ਨਾ, ਉਹ ਮਨਮਤ ਨਹੀਂ ਰਹਿਣੀ ਚਾਹੀਦੀ, ਮਨਮਤ ਬਿਲਕੁਲ ਹੀ ਖਤਮ ਹੋਣੀ ਚਾਹੀਦੀ ਹੈ। ਅਲਮਸਤ ਖਿਆਲੀ, ਦੇਖੋ ਉਹਨਾਂ ਦਾ ਖਿਆਲ ਇਹ ਹੈ ਅਲਮਸਤ, ਉਹ ਮਸਤ ਰਹਿੰਦੇ ਨੇ ਪਰਮੇਸ਼ਰ ਦੇ ਪਿਆਰ ਵਿੱਚ, ਉਹ ਮਸਤ ਰਹਿੰਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ। ਜੀਵਨ ਪੜ੍ਹਦੇ ਨੇ, ਮਹਾਰਾਜ ਦੀਆਂ ਕਥਾ ਕਹਾਣੀਆਂ ਸੁਣਦੇ ਨੇ, ਉਹ ਅਲਮਸਤ ਰਹਿੰਦੇ ਨੇ ਗੁਰਬਾਣੀ ਪੜ੍ਹ ਕੇ। ਉਹਨਾਂ ਦਾ ਖਿਆਲ ਹੋਰ ਕਿਤੇ ਨਹੀਂ ਜਾਂਦਾ, ਉਹ ਬਿਲਕੁਲ ਮਸਤ ਹੋ ਕੇ ਉਹ ਪ੍ਰੇਮ ਦੇ ਰਸ ਨੂੰ ਮਾਣਦੇ ਹਨ ਦਿਨ ਰਾਤ। ਡਗਮਗ ਚਾਲ ਸੋ ਢਾਲ ਹੈ, ਦੇਖੋ ਡਗਮਗ ਚਾਲ ਸੋ ਢਾਲ ਹੈ। ਕਹਿਣਗੇ ਦੇਖੋ ਕਈ ਲੋਕ ਕਹਿੰਦੇ ਨੇ ਦੇਖੋ ਆ ਗੁਰਮੁਖ ਹੋ ਕੇ ਕੀ ਕਰਦੇ ਨੇ, ਇਹ ਕੀ ਕਰਦੇ ਨੇ, ਉਹ ਕੀ ਕਰਦੇ ਨੇ। ਡਗਮਗ ਕਹਿਣਗੇ ਇਹ ਡਗਮਗ ਹੈ, ਇਹ ਜੇ ਇਹ ਐਸਆਰਐਮ ਦੇ ਵਿੱਚ ਨਹੀਂ ਆਉਂਦੀ ਇਹ ਗੱਲ, ਇਹ ਇਸ ਤਰ੍ਹਾਂ ਹੈ, ਇਹ ਉਸ ਤਰ੍ਹਾਂ ਹੈ। ਉਹ ਮੰਨਦੇ ਨੇ ਕਿ ਇੱਕ ਬੰਦਾ ਜਾਂ ਇੱਕ ਕਮੇਟੀ ਜਿਹੜੀ ਮਰਿਆਦਾ ਲਿਖ ਦੇਵੇ ਬਸ ਉਹੀ ਫੋਲੋ ਕਰਨੀ। ਭਾਈ ਗੁਰਸਿੱਖੀ ਐਸੀ ਨਹੀਂ ਹੈ। ਬਾਕੀ ਦੇ ਧਰਮ ਐਸੇ ਹੋ ਸਕਦੇ ਨੇ ਜਿਨ੍ਹਾਂ ਨੂੰ ਲਕੀਰ ਦੇ ਫਕੀਰ ਕਿਹਾ ਜਾਂਦਾ ਹੈ, ਲਕੀਰ ਪਾ ਦਿਓ ਫਕੀਰ ਉਹੀ ਲਕੀਰ ਦਾ ਹੈ। ਭਾਈ ਐਸੀ ਗੱਲ ਜਿਹੜੀ ਸਿੱਖੀ ਵਿੱਚ ਨਹੀਂ ਹੁੰਦੀ। ਦੇਖੋ ਹੁਣ ਜਿਹੜਾ ਹੈ ਸਤਿਗੁਰਾਂ ਦਾ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਦੀ ਗੱਲ ਹੈ ਨਾ, ਉਹਦਾ ਨਾਮ ਹਾਂ ਭਾਈ ਸੁਥਰਾ ਜੀ। ਦੇਖੋ ਭਾਈ ਸੁਥਰਾ ਜੀ ਜਿਹੜੇ ਸਨ ਨਾ, ਇੱਕ ਵਾਰ ਰਾਗੀਆਂ ਨੇ ਕੀਰਤਨ ਕੀਤਾ, ਬੜੇ ਪ੍ਰੇਮ ਨਾਲ ਉਹਨਾਂ ਨੇ ਕੀਰਤਨ ਕੀਤਾ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ। ਤੇ ਭਾਈ ਸੁਥਰਾ ਜੀ ਜਾ ਕੇ ਉਹਨਾਂ ਨੂੰ ਕਹਿੰਦੇ ਭਾਈ ਤੁਹਾਡੇ ਫਿੱਟੇ ਮੂੰਹ। ਹੁਣ ਦੇਖੋ ਉਹ ਸਿਨੈਰੀਓ ਨੂੰ ਲੈ ਕੇ ਤੁਸੀਂ ਇਹ ਗੱਲ ਦਾ ਵਿਚਾਰ ਕਰਕੇ ਦੇਖੋ, ਹੁਣ ਕੌਣ ਕਹੇਗਾ ਭਾਈ ਸੁਥਰਾ ਜੀ ਠੀਕ ਨੇ? ਹੁਣ ਕੋਈ ਵੀ ਨਹੀਂ ਕਹੂਗਾ ਭਾਈ ਸੁਥਰਾ ਜੀ ਠੀਕ ਨੇ, ਕਿਉਂਕਿ ਦੇਖੋ ਉਹਨਾਂ ਨੇ ਗਾਲ ਕੱਢੀ ਹੈ ਇੱਕ ਜਥੇ ਨੂੰ ਜੋ ਕੀਰਤਨ ਕਰ ਰਿਹਾ ਹੈ, ਉਹਨੂੰ ਸਿੱਧੇ ਮੂੰਹ ਤੇ ਗਾਲ ਕੱਢੀ ਹੈ, ਕਹਿੰਦੇ ਤੁਹਾਡੇ ਫਿੱਟੇ ਮੂੰਹ ਹੈ। ਹੁਣ ਉਹਨੂੰ ਕੌਣ ਚੰਗਾ ਕਹੇਗਾ? ਸੁਥਰੇ ਜਿਹੜਾ ਅਸ਼ਾ ਹੈ ਜਾਂ ਉਹ ਚਲਿਆ ਗਿਆ। 6 ਮਹੀਨਿਆਂ ਬਾਅਦ ਉਹ ਵਾਪਸ ਆਇਆ, ਉਹ ਰਾਗੀਆਂ ਨੇ ਪਹਿਚਾਣ ਲਿਆ, ਕਹਿੰਦੇ ਇਹ ਉਹੀ ਆ ਮਹਾਰਾਜ ਜਿਹੜਾ ਸਾਨੂੰ ਫਿੱਟੇ ਮੂੰਹ ਕਹਿ ਕੇ ਭੱਜਿਆ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੁੱਛਿਆ ਕਿ ਕਿਉਂ ਕਿਹਾ? ਕਹਿੰਦੇ ਪਾਤਸ਼ਾਹ ਜੀ ਮੇਰਾ ਸਵਾਲ ਜਿਹੜਾ ਹੈ ਮੈਂ ਜਿਹੜਾ ਹੈ ਮੈਂ ਜੋ ਕਹਿ ਗਿਆ ਮੈਨੂੰ ਤਾਂ ਯਾਦ ਨਹੀਂ ਮੈਂ ਕਿਦੋਂ ਕਿਹਾ ਹੈ। ਜੇ ਇਹ ਕਹਿੰਦੇ ਨੇ ਤੇ ਫਿਰ ਠੀਕ ਹੈ ਕਹਿੰਦੇ ਹੋਣਗੇ, ਪਰ ਪਾਤਸ਼ਾਹ ਜੀ ਇਹਨਾਂ ਨੂੰ ਇਹ ਵੀ ਪੁੱਛ ਲਓ ਨਾਲ, ਜਿੱਦਣ ਮੈਂ ਇਹਨਾਂ ਨੂੰ ਫਿੱਟੇ ਮੂੰਹ ਕਿਹਾ ਇਹ ਕਿਹੜਾ ਸ਼ਬਦ ਪੜ੍ਹ ਰਹੇ ਸਨ? ਗੁਰਬਾਣੀ ਦਾ ਕਿਹੜਾ ਸ਼ਬਦ ਸੀ ਜਿਹਦਾ ਕੀਰਤਨ ਹੋ ਰਿਹਾ ਸੀ ਉਸ ਵੇਲੇ? ਉਹ ਰਾਗੀ ਸਿੰਘਾਂ ਨੂੰ ਯਾਦ ਨਹੀਂ। ਤੇ ਸੁਥਰੇ ਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿੰਦਾ ਪਾਤਸ਼ਾਹ ਜੀ ਇਹਨਾਂ ਦਾ ਗੁਰੂ ਮੈਂ ਆ, ਤੁਸੀਂ ਨਹੀਂ, ਕਿਉਂਕਿ ਇਹਨਾਂ ਨੇ ਮੇਰੀ ਗੱਲ ਚੇਤੇ ਰੱਖੀ, ਤੁਹਾਡੀ ਗੁਰਬਾਣੀ ਇਹਨਾਂ ਨੂੰ ਚੇਤੇ ਨਹੀਂ ਹੈਗੀ। ਇਹਨਾਂ ਨੇ ਮੇਰੀ ਗੱਲ ਦੇਖੋ ਇੱਕ ਫਿੱਟੇ ਮੂੰਹ ਚੇਤੇ ਕਰ ਲਿਆ, ਤੁਹਾਡੀ ਗੁਰਬਾਣੀ ਜਿਹਦੇ ਸ਼ਬਦ ਇਹ ਪੜ੍ਹਦੇ ਨੇ ਉਹ ਇਹਨਾਂ ਨੂੰ ਚੇਤੇ ਨਹੀਂ ਹੈਗਾ। ਮਹਾਰਾਜ ਫਿਰ ਫਿੱਟੇ ਮੂੰਹ ਨਹੀਂ ਤਾਂ ਹੋਰ ਕੀ ਹੈ? ਦੇਖੋ ਹੁਣ ਉਹ ਗੱਲ ਜਿਹੜੀ ਸੀ ਸੁਥਰੇ ਸ਼ਾਹ ਨੂੰ ਭਾਵੇਂ ਆਪਾਂ ਗਲਤ ਕਵਾਂਗੇ, ਸੋ ਡਗਮਗ ਚਾਲ ਭਾਵੇਂ ਦੇਖੋ ਉਹ ਚਾਲ ਨਿਰਾਲੀ ਸੀ, ਪਰ ਫਿਰ ਵੀ ਉਹ ਠੀਕ ਹੈ, ਮਹਾਰਾਜ ਨੂੰ ਕਬੂਲ ਹੋਈ। ਮਹਾਰਾਜ ਨੇ ਗਲਵਖੜੀ ਚ ਲਿਆ ਸੁਥਰੇ ਨੂੰ, ਕਹਿਣਾ ਤੂੰ ਗੱਲ ਠੀਕ ਕੀਤੀ ਹੈ। ਸੋ ਇਸ ਪ੍ਰਕਾਰ ਕਰਕੇ ਆਪਾਂ ਸਿੱਖੀ ਨੂੰ ਜਿਹੜਾ ਹੈ ਇੱਕ ਡੱਬੇ ਵਿੱਚ ਇੱਕ ਕਿਤਾਬ ਵਿੱਚ ਬੰਦ ਨਹੀਂ ਕਰ ਸਕਦੇ, ਆਪਣੇ ਮਨ ਦੀ ਸਮਝ ਵਿੱਚ ਉਸ ਨੂੰ ਜਿਹੜਾ ਹੈ ਬੰਦ ਨਹੀਂ ਕਰ ਸਕਦੇ। ਗੁਰਸਿੱਖੀ ਬਹੁਤ ਵੱਡੀ ਹੈ। ਗੁਰਸਿੱਖੀ ਇਜ਼ ਐਨ ਓਸ਼ਨ। ਆਪਾਂ ਕੀ ਆ? ਆਪਾਂ ਇੱਕ ਡ੍ਰੌਪ ਆਫ ਵਾਟਰ ਹਾਂ, ਜਿਹੜਾ ਆਪਾਂ ਡ੍ਰੌਪ ਉਹ ਸਮੁੰਦਰ ਵਿੱਚ ਪੈ ਸਕਦੇ ਹਾਂ, ਸਮੁੰਦਰ ਨੂੰ ਇੱਕ ਡ੍ਰੌਪ ਵਿੱਚ ਨਹੀਂ ਆਪਾਂ ਪਾ ਸਕਦੇ। ਸੋ ਇਹ ਖਿਆਲ ਰੱਖਣਾ ਬਹੁਤ ਹੀ ਜ਼ਰੂਰੀ ਹੈ। ਜਿਵੇਂ ਜਿਹੜਾ ਹੈ ਸ਼ਾਹ ਹੁਸੈਨ ਹੁੰਦਾ ਸੀ, ਗੁਰੂ ਅਮਰਦਾਸ ਮਹਾਰਾਜ ਦਾ ਸਿੱਖ, ਮੁਸਲਮਾਨ ਸੀਗਾ। ਦੇਖੋ ਉਹਦੇ ਕੋਲ ਜਾ ਕੇ ਉਹ ਜਿਹੜਾ ਵੀ ਉਹਦੇ ਕੋਲ ਜਾਂਦਾ ਸੀਗਾ ਉਹਨੂੰ ਗਾਲਾਂ ਕੱਢਦਾ ਹੁੰਦਾ ਸੀ, ਸਿੱਧੀਆਂ ਗਾਲਾਂ ਕੱਢਣੀਆਂ। ਤੇ ਮਹਾਰਾਜ ਨੂੰ ਉਹ ਵੀ ਕਬੂਲ ਸੀਗਾ। ਮਹਾਰਾਜ ਨੇ ਸਿੱਖ ਜਿਹੜਾ ਸੀ ਲੰਗੜਾ ਉਹਦੇ ਕੋਲ ਭੇਜਿਆ, ਉਹਨੇ ਲੱਤ ਠੀਕ ਕਰਕੇ ਭੇਜ ਦਿੱਤੀ। ਦੇਖੋ ਮਹਾਰਾਜ ਦੇ ਕਿੰਨੇ ਸਿੱਖ, ਜਿਵੇਂ ਜਿਹੜਾ ਹਨ ਗੁਰੂ ਤੇਗ ਬਹਾਦਰ ਸਾਹਿਬ ਜਿਹਨੂੰ ਵੀ ਕਿਸੇ ਨੇ ਕੰਪਲੇਨ ਕੀਤੀ, ਮਹਾਰਾਜ ਤੁਹਾਡਾ ਇੱਥੇ ਮਸੰਦ ਰਹਿੰਦਾ ਹੈ, ਬੜੀਆਂ ਗਾਲਾਂ ਕੱਢਦਾ ਹੈ, ਮਹਾਰਾਜ ਨੇ ਉਹਨੂੰ ਵੀ ਕਬੂਲ ਕਰ ਲਿਆ, ਮਹਾਰਾਜ ਨੂੰ ਮਾੜਾ ਨਹੀਂ ਕਿਹਾ।
ਮਹਾਰਾਜ ਨੇ ਉਹਨੂੰ ਵੀ ਜਿਹੜਾ ਕਿਹਾ ਠੀਕ ਹੈ, ਇਹਦੀ ਅਵਸਥਾ ਐਸੀ ਹੈ। ਹੁਣ ਇੱਥੇ ਜਿਹੜਾ ਹੈ ਭਾਈ ਬੁੱਧੂ ਦਾ ਜਿਹੜਾ ਆਵਾ ਲੱਗਿਆ ਹੋਇਆ ਹੈ। ਭਾਈ ਲੱਖੂ ਜੀ ਗੁਰਸਿੱਖ ਨੇ, ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਅਰਦਾਸ ਵਿੱਚ ਖੜੇ ਨੇ ਵੀ ਬੁੱਧੂ ਦਾ ਆਵਾ ਪੱਕਾ ਹੋਏਗਾ, ਲੱਖੂ ਪਿੱਛੇ ਖੜਾ ਕਹਿੰਦਾ ਕੱਚਾ ਹੋਏਗਾ। ਹੁਣ ਦੇਖੋ ਗੁਰੂ ਦੀ ਗੱਲ ਤੋਂ ਉਲਟ ਗੱਲ ਭਾਈ ਲੱਖੂ ਨੇ ਕੀਤੀ। ਆਪਾਂ ਕਹਾਂਗੇ ਇਹ ਸਿੱਖ ਨਹੀਂ ਹੋ ਸਕਦਾ, ਪਰ ਦੇਖੋ ਗੁਰੂ ਅਰਜਨ ਦੇਵ ਜੀ ਨੇ ਭਾਈ ਬੁੱਧੂ ਨੂੰ ਕਿਹਾ ਤੇਰਾ ਆਵਾ ਕੱਚਾ ਹੀ ਰਹੇਗਾ, ਕਿਉਂਕਿ ਮੇਰੇ ਸਿੱਖ ਨੇ ਕੱਚਾ ਕਹਿਤਾ। ਹੁਣ ਇਹ ਪੱਕਾ ਨਹੀਂ ਕਿਤੇ ਹੋਵੇਗਾ, ਪਰ ਸਿੱਖ ਜੇ ਇਹਨੂੰ ਕਹਿ ਦੇਵੇ ਵੀ ਜਿਹੜਾ ਹਨ, ਫਿਰ ਭਾਈ ਲੱਖੂ ਨੂੰ ਕਿਹਾ, ਭਾਈ ਲੱਖੂ ਕਹਿੰਦੇ ਜਿਹੜੀਆਂ ਕੱਚੀਆਂ ਵੀ ਪੱਕਿਆਂ ਦੇ ਭਾਅ ਵਿਕਣਗੀਆਂ। ਹੋ ਗਿਆ ਕੰਮ। ਦੇਖੋ ਇੱਥੇ ਜਿਹੜਾ ਹਨ ਡਗਮਗ ਚਾਲ ਸੋਟਾਲ ਹੈ। ਜਿਵੇਂ ਬਾਬਾ ਬੁੱਢਾ ਜੀ ਦੇ ਕੋਲ ਮਾਤਾ ਗੰਗਾ ਜੀ ਨੂੰ ਭੇਜਿਆ ਗੁਰੂ ਅਰਜਨ ਦੇਵ ਜੀ ਨੇ। ਕਈ ਹੁਣ ਸਿਆਣੇ ਸਿੱਖ ਕਹਿੰਦੇ ਇਹ ਕਿਵੇਂ ਹੋ ਸਕਦਾ ਹੈ, ਉਹ ਤਾਂ ਇੱਕ ਸਿੱਖੇ ਸੀ, ਜੱਟ ਸੀਗਾ, ਗੁਰੂ ਮਹਾਰਾਜ ਨੂੰ ਆਪ ਵਰ ਦੇਣਾ ਚਾਹੀਦਾ ਸੀਗਾ। ਹੁਣ ਵਰ ਵੀ ਕਿਹੜਾ ਸੀ? 6ਵੇਂ ਪਾਤਸ਼ਾਹ ਦਾ। ਪਰ ਦੇਖੋ ਬਾਬਾ ਬੁੱਢਾ ਜੀ ਕੋਲ ਭੇਜਿਆ। ਇਹ ਵੀ ਜਿਹੜਾ ਡਗਮਗ ਚਾਲ ਸੋ ਢਾਲ ਹੈ। ਦੇਖੋ ਕਿੰਨਾ ਮਹਾਰਾਜ ਨੇ ਜਿਹੜਾ ਹਨ ਬਾਬਾ ਬੁੱਢਾ ਜੀ ਵਰਗਿਆਂ ਨੂੰ ਜਿਹੜਾ ਹਨ ਇੱਜ਼ਤ ਦਿੱਤੀ, ਮਾਣ ਦਿੱਤਾ। ਦੇਖੋ ਬਾਬਾ ਬੁੱਢਾ ਜੀ ਦੇ ਚਰਨੀ ਗੁਰੂ ਹਰਗੋਬਿੰਦ ਸਾਹਿਬ ਜੀ ਮੱਥਾ ਟੇਕਿਆ ਕਰਦੇ ਸਨ। ਅੱਜ ਦਾ ਸਿੱਖ ਕਹੂਗਾ ਕਿਉਂ ਗੁਰੂ ਬਾਬਾ ਬੁੱਢਾ ਜੀ ਨੂੰ ਮੱਥਾ ਟੇਕਦਾ ਹੈ? ਦੇਖੋ ਨਾ, ਇਹ ਆ ਸਿੱਖੀ। ਸਿੱਖੀ ਨੂੰ ਸਮਝਣਾ ਹੋਵੇ ਤਾਂ ਬਹੁਤ ਵਿਸ਼ਾਲ ਚਿੱਤ ਚਾਹੀਦਾ ਹੈ। ਹੁਣ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਦਸਮ ਗ੍ਰੰਥ ਨੂੰ ਸਮਝਣਾ ਹੋਵੇ, ਤੁਹਾਨੂੰ ਇਹ ਆਪਣਾ ਖਿਆਲ, ਆਪਣਾ ਮਨ ਖੋਲ੍ਹਣਾ ਪਵੇਗਾ, ਦੁਨੀਆ ਨੂੰ ਦੇਖਣਾ ਪਵੇਗਾ। ਉਹ ਨਿਗਾਹ ਜਿਹਦੇ ਨਾਲ ਗੁਰੂ ਗੋਬਿੰਦ ਸਿੰਘ ਨੇ ਦੇਖਿਆ ਹੈ। ਮਹਾਰਾਜ ਨੇ ਜਿਹੜੇ ਕਿੱਡੇ ਵੱਡੇ ਵੱਡੇ ਗ੍ਰੰਥਾਂ ਦਾ ਜਿਹੜਾ ਟਰਾਂਸਲੇਸ਼ਨ ਕਰਾ ਕੇ ਰੱਖ ਦਿੱਤਾ। ਮਹਾਰਾਜ ਨੇ ਦੇਖੋ ਪਾਤਸ਼ਾਹ ਜੀ ਨੇ ਕਿੰਨਾ ਕੁਛ ਕੀਤਾ। ਹੁਣ ਅੱਗੇ ਜਿਹੜੀ ਗੱਲ ਹੈ, ਜਿਵੇਂ ਹੁਣ ਇੱਕ ਸ਼ਬਦ ਆਉਂਦਾ ਹੈ, ਗੁਰਸਿੱਖਾਂ ਨੇ ਇੱਕ ਵਾਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ, ਪਾਤਸ਼ਾਹ ਜੀ ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਹੁਣ ਇੱਥੇ ਜਿਹੜੀ ਗੱਲ ਆਈ ਹੈ, ਕਹਿੰਦੇ ਪਾਤਸ਼ਾਹ ਜੀ ਦੇ ਅਰਥ ਸਾਨੂੰ ਦੱਸ ਦਿਓ। ਇਹ ਜਿਹੜਾ ਭਗਤ ਨਾਮਦੇਵ ਜੀ ਨੇ ਐਸਾ ਕਿਉਂ ਕਿਹਾ ਹੈ? ਕਿਉਂਕਿ ਭਗਤ ਨਾਮਦੇਵ ਜੀ ਨੇ ਕਿਹਾ ਹੈ ਹਿੰਦੂ ਪੂਜੇ ਦੇਹੁਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ, ਜਹ ਦੇਹੁਰਾ ਨਾ ਮਸੀਤ। ਹੁਣ ਦੇਖੋ ਇਹ ਗੱਲ ਜਿਹੜੀ ਸੀਗੀ ਸਿੱਖਾਂ ਨੇ ਪੁੱਛਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੱਸਿਆ, ਕਹਿੰਦੇ ਹਿੰਦੂ ਅੰਨਾ ਕਿਉਂ ਹੈ? ਕਿਉਂਕਿ ਹਿੰਦੂਆਂ ਦੇ ਵਿੱਚ ਇੱਕ ਭੈੜੀ ਰੀਤ ਤੁਰਪੀ ਹੈ। ਉਹ ਜਿਹੜਾ ਹਨ ਜਦੋਂ ਕ੍ਰਿਸ਼ਨ ਭਗਵਾਨ ਦਾ ਕੋਈ ਜਿਹੜਾ ਹੈ ਨਾਟਕ ਕਰਦੇ ਨੇ, ਕ੍ਰਿਸ਼ਨ ਭਗਵਾਨ ਦੀਆਂ ਗੱਲਾਂ ਕਰਦੇ ਨੇ, ਉਹਨਾਂ ਨੇ ਸਿਰਫ ਕ੍ਰਿਸ਼ਨ ਭਗਵਾਨ ਨੂੰ ਗੋਪੀਆਂ ਦੇ ਨਾਲ ਦਿਖਾਇਆ ਹੈ, ਰਾਧੇ ਕ੍ਰਿਸ਼ਨ ਦਿਖਾ ਦਿੱਤਾ ਹੈ। ਪਰ ਜਦੋਂ ਕ੍ਰਿਸ਼ਨ ਨੇ ਉਪਦੇਸ਼ ਦਿੱਤਾ, ਅਰਜਨ ਨੂੰ ਗਿਆਨ ਦਾ ਉਪਦੇਸ਼ ਦਿੱਤਾ ਕੁਰਕਸ਼ੇਤਰ ਦੇ ਵਿੱਚ, ਉਹ ਇਹਨਾਂ ਨੂੰ ਚੇਤੇ ਨਹੀਂ, ਉਹ ਉਹਦੀ ਗੱਲ ਨਹੀਂ ਕਰਦੇ। ਜਿਹੜੀਆਂ ਗੱਲਾਂ ਹੋਰ ਨੇ ਪੁੱਠੀਆਂ ਸਿੱਧੀਆਂ ਜਾਂ ਲੋਕਾਂ ਨੂੰ ਖੁਸ਼ ਕਰਨ ਵਾਸਤੇ, ਉਹ ਕਰੀ ਜਾਂਦੇ ਨੇ। ਇਸ ਕਰਕੇ ਹਿੰਦੂਆਂ ਕੋਲ ਏਡਾ ਵੱਡਾ ਗਿਆਨ ਪਿਆ ਹੈ, ਉਹਦੀ ਗੱਲ ਕੋਈ ਵੀ ਨਹੀਂ ਕਰਦਾ। ਸਿਰਫ ਜਿਹੜੀਆਂ ਖੇਡਾਂ ਦੀਆਂ ਗੱਲਾਂ ਕਰਦੇ ਨੇ, ਰਾਮਚੰਦਰ ਤੇ ਸੀਤਾ ਦੇ ਗੀਤ ਗਾਈ ਜਾਂਦੇ ਨੇ, ਪਰ ਰਾਮਚੰਦਰ ਦੇ ਕਿਤੇ ਗੁਣ ਨਹੀਂ ਉਹਨਾਂ ਨੇ ਦੱਸੇ। ਸੀਤਾ ਦੇ ਜਿਹੜੀਆਂ ਹਨ ਸਤੀ ਵਰਤਾ ਦੀ ਜਿਹੜਾ ਉਹਨਾਂ ਦਾ ਧਰਮ ਸੀ, ਉਹਦੇ ਬਾਰੇ ਨਹੀਂ ਦੱਸਿਆ। ਇਸ ਪ੍ਰਕਾਰ ਕਰਕੇ ਕਹਿੰਦੇ ਹਿੰਦੂ ਅੰਨੇ ਹਨ, ਸਭ ਕੁਝ ਹੁੰਦਿਆਂ ਹੋਇਆਂ ਵੀ ਅੱਖਾਂ ਬੰਦ ਕਰਕੇ ਬੈਠੇ ਨੇ। ਤੇ ਤੁਰਕੂ ਕਾਣਾ ਇਸ ਕਰਕੇ ਹੈ, ਕਹਿੰਦੇ ਤੁਰਕ ਲੋਕ ਜਿਹੜੇ ਮੁਸਲਮਾਨ ਲੋਕ ਨੇ, ਇਹਨਾਂ ਦੇ ਵਾਸਤੇ ਇਹਨਾਂ ਦਾ ਧਰਮ ਹੀ ਸਭ ਉੱਤਮ ਧਰਮ ਹੈ, ਤੇ ਦੂਜੇ ਧਰਮ ਸਾਰੇ ਗਲਤ ਨੇ। ਇਹ ਦੂਜੇ ਵੱਲ ਦੇਖਦੇ ਵੀ ਨਹੀਂ। ਉਸੇ ਵੇਲੇ ਉਹਨਾਂ ਨੂੰ ਕਾਫਰ ਕਹਿ ਕੇ ਗੱਲ ਇਹ ਮੁਕਾਉਂਦੇ ਨੇ ਕਿ ਤੁਸੀਂ ਕਾਫਰ ਹੋ ਕਿਉਂਕਿ ਤੁਸੀਂ ਮੁਸਲਮਾਨ ਨਹੀਂ ਹੋ। ਇਸ ਕਰਕੇ ਇਹ ਕਾਣੇ ਨੇ। ਇਹਨਾਂ ਦਾ ਕਾਣਾਪਣ ਇਸ ਕਰਕੇ ਵੀ ਹੈ ਕਿਉਂਕਿ ਇਹਨਾਂ ਨੇ ਜਿਹੜਾ ਹੈ ਧਰਮ ਨੂੰ ਜਿਹੜਾ ਹੈ ਸਿਰਫ ਜਿਹੜਾ ਹੈ ਇੱਕ ਅੱਖ ਨਾਲ ਹੀ ਦੇਖਿਆ ਹੈ। ਉਹਨਾਂ ਨੇ ਰੱਬ ਨੂੰ ਸਿਰਫ ਇੱਕ ਅੱਲਾ ਕਰਕੇ ਜਾਣਿਆ, ਤੇ ਉਹਦਾ ਰਸਤਾ ਸਿਰਫ ਇੱਕ ਮੁਸਲਮਾਨ ਧਰਮ ਨੂੰ ਮੰਨਿਆ ਹੈ। ਇਹਨਾਂ ਦੀ ਜਿਹੜੀ ਖਿਆਲ ਵਿਸ਼ਾਲ ਨਹੀਂ ਹੈ, ਕਿਉਂਕਿ ਜੇ ਇਹਨਾਂ ਦੇ ਧਰਮ ਦੇ ਵਿੱਚ ਕੋਈ ਬ੍ਰਹਮ ਗਿਆਨੀ ਬਣ ਜਾਵੇ, ਮਨਸੂਰ ਵਰਗਾ ਆ ਜਾਵੇ, ਅਨਲ ਹੱਕ ਕਹਿਣ ਲੱਗ ਗਿਆ, ਸਰਮਦ ਵਰਗਾ ਆ ਜਾਵੇ, ਉਹਨੂੰ ਜਿਹੜਾ ਹਨ ਇਹ ਪੱਥਰ ਮਾਰ ਕੇ ਮਾਰ ਦਿੰਦੇ ਨੇ, ਕਿਉਂਕਿ ਐਕਸੈਪਟ ਨਹੀਂ ਕਰਦੇ। ਵੀ ਨਹੀਂ ਹੋ ਸਕਦਾ। ਰੱਬ ਆਪਣੇ ਬੰਦਿਆਂ ਵਿੱਚ ਕਿਵੇਂ ਹੋ ਸਕਦਾ ਹੈ? ਰੱਬ ਇੱਕ ਇਨਸਾਨ ਦੇ ਸਰੀਰ ਵਿੱਚੋਂ ਕਿਵੇਂ ਪ੍ਰਗਟ ਹੋ ਸਕਦਾ? ਨਹੀਂ ਹੋ ਸਕਦਾ। ਇਸ ਪ੍ਰਕਾਰ ਕਰਕੇ ਅੰਨੇ ਨੇ, ਤੇ ਦੋਹਾਂ ਤੇ ਗਿਆਨੀ ਸਿਆਣਾ, ਦੋਹਾਂ ਤੇ ਤਾਂ ਗਿਆਨੀ ਹੈ। ਇਸ ਕਰਕੇ ਇਹ ਚਾਲ ਨਿਰਾਲੀ ਹੈ ਸਿੱਖਾਂ ਦੀ, ਗੁਰਮਤ ਨਿਰਾਲੀ। ਇਸ ਕਰਕੇ ਗੁਰਮਤ ਨਿਰਾਲੀ ਹੈ। ਗੁਰੂ ਦੀ ਮੱਤ ਇਹ ਸਾਰੀਆਂ ਗੱਲਾਂ ਤੋਂ ਉੱਤੇ ਹੈ, ਕਿਉਂਕਿ ਗੁਰੂ ਨੇ ਆਪਣੇ ਜਿਹੜਾ ਹਨ ਆਪਣੇ ਵਿਸ਼ਾਲ ਹਿਰਦੇ ਦੇ ਵਿੱਚ ਸਾਰੀ ਦੁਨੀਆ ਨੂੰ ਸਮਾ ਲਿਆ ਹੈ। ਸਿੱਖੀ ਗੁਰਮਤ ਉਹ ਚੀਜ਼ ਹੈ ਜਿਹੜੀ ਕੰਪਲੀਸ਼ਨ ਹੈ, ਜੋ ਕਿ ਜਿਹੜੀਆਂ ਹਨ ਸਾਰੇ ਚੀਜ਼ ਦੀ ਆਪਟੀਮਾਈਜ਼ ਕੰਪਲੀਸ਼ਨ ਸਿੱਖੀ ਹੈ। ਸਿੱਖੀ ਦੇ ਵਿੱਚ ਜਿਹੜਾ ਹੈ ਸਿਰਫ ਇੱਕੋ ਇੱਕ ਸੱਚ ਹੀ ਸੱਚ ਹੈ, ਸੱਚ ਦੀ ਹੀ ਕਥਾ ਹੈ, ਸੱਚ ਦੀ ਹੀ ਪਰਿਭਾਸ਼ਾ ਹੈ। ਸੱਚ ਤੋਂ ਬਗੈਰ ਕੁਝ ਵੀ ਨਹੀਂ ਹੈ। ਸਿੱਖ ਉਹ ਹੈ ਜੋ ਗੁਰੂ ਨਾਨਕ ਦੇ ਆਸ਼ੇ ਨੂੰ ਸਮਝਦਾ ਹੈ, ਗੁਰੂ ਨਾਨਕ ਦੇ ਆਸ਼ੇ ਤੇ ਚੱਲਦਾ ਹੈ, ਤੇ ਗੁਰੂ ਨਾਨਕ ਦੀ ਨਿਗਾਹ ਨਾਲ ਹੀ ਦੁਨੀਆ ਨੂੰ ਦੇਖਦਾ ਹੈ।
ਇਸ ਪ੍ਰਕਾਰ ਕਰਕੇ ਚੜਿਆ ਚੰਦ ਨਾ ਲੁਕਈ ਢੱਕ ਜੋਤ ਕੁਨਾਲੀ। ਪਰ ਇੱਕ ਗੱਲ ਹੈ, ਭਾਈ ਗੁਰਦਾਸ ਨੇ ਇੱਥੇ ਇੱਕ ਗੱਲ ਐਕਨੋਲੇਜ ਜ਼ਰੂਰ ਕੀਤੀ ਹੈ। ਕਹਿੰਦੇ ਦੇਖੋ ਕਈਆਂ ਦਾ ਜਿਹੜਾ ਹੈ ਐਸਾ ਉਦਾਂ ਦੀ ਸਮਝ ਪੈਣੀ ਗੱਲ ਮੁਸ਼ਕਲ ਹੋ ਜਾਂਦੀ ਹੈ, ਔਖਾ ਹੈ ਕਈਆਂ ਵਾਸਤੇ ਸਮਝਣ। ਕਿਉਂ? ਤੇ ਇੱਥੇ ਭਾਈ ਗੁਰਦਾਸ ਜੀ ਕਹਿੰਦੇ ਚੜਿਆ ਚੰਦ ਨਾ ਲੁਕਈ। ਕਹਿੰਦੇ ਚੜਿਆ ਹੋਇਆ ਚੰਦ ਅਸਮਾਨ ਤੇ ਲੁਕਦਾ ਨਹੀਂ, ਪਰ ਕਹਿੰਦੇ ਢੱਕ ਜੋਤ ਕੁਨਾਲੀ। ਆਪਾਂ ਆਪਣੀ ਇੱਕ ਅੱਖ ਬੰਦ ਕਰ ਲਈਏ ਕੁਨਾਲੀ ਦੇ ਨਾਲ। ਕੁਨਾਲੀ ਇੱਕ ਢੱਕਣ ਹੁੰਦਾ ਹੈ ਜਿਹਦੇ ਨਾਲ ਅੱਖ ਬੰਦ ਕੀਤੀ ਜਾਂਦੀ ਜਦੋਂ ਖਰਾਬ ਹੋ ਜਾਂਦੀ ਹੈ, ਉਹਨੂੰ ਕੁਨਾਲੀ ਕਹਿੰਦੇ ਨੇ। ਜਾਂ ਜਿਹੜੇ ਆਮ ਕਰਕੇ ਆਪਾਂ ਦੇਖ ਕੇ ਪਾਇਰਟ ਲੋਕ ਪਾਉਂਦੇ ਹੁੰਦੇ ਨੇ, ਇੱਕ ਅੱਖ ਬੰਦ ਹੁੰਦੀ ਹੈ ਉਹਨਾਂ ਦੀ। ਸੋ ਕਹਿੰਦੇ ਭਾਵੇਂ ਤੂੰ ਆਪਣੀ ਅੱਖ ਬੰਦ ਕਰ ਲਾ, ਇੱਕ ਕਰ ਲਾ ਚਾਹੇ ਦੋ ਕਰ ਲਾ, ਚੜਿਆ ਚੰਦ ਨਾ ਲੁਕਈ। ਚੜਿਆ ਹੋਇਆ ਚੰਦ ਅਸਮਾਨ ਤੇ ਉਹ ਲੁਕਦਾ ਨਹੀਂ, ਉਹ ਹਮੇਸ਼ਾ ਹੀ ਉੱਥੇ ਹੀ ਰਹਿੰਦਾ ਹੈ। ਸਿਰਫ ਇੰਨਾ ਹੀ ਹੈ ਕਿ ਆਪਣੇ ਮਨ ਦੇ ਵਿੱਚ ਉਨਾ ਗਿਆਨ ਨਹੀਂ, ਉਨੀ ਸਮਝ ਨਹੀਂ, ਉਨੀ ਸੋਝੀ ਨਹੀਂ ਕਿ ਆਪਾਂ ਗੁਰੂ ਨਾਨਕ ਦਾ ਆਸ਼ਾ ਸਮਝ ਸਕੀਏ। ਇਸ ਕਰਕੇ ਜਿਹੜਾ ਹਨ, ਪਰ ਇੱਕ ਗੱਲ ਜ਼ਰੂਰ ਹੈ, ਸਿੱਖੀ ਦੇ ਵਿੱਚ ਸਿੱਖ ਵਾਸਤੇ ਇਹ ਜ਼ਰੂਰੀ ਹੈ ਕਿ ਗੁਰੂ ਤੇ ਭਰੋਸਾ ਰੱਖਣਾ, ਗੁਰੂ ਮਹਾਰਾਜ ਨੂੰ ਸਰਬਗਤਾ ਵਿੱਚ ਦੇਖਣਾ, ਗੁਰੂ ਨੂੰ ਪਰਮੇਸ਼ਰ ਰੂਪ ਕਰਕੇ ਜਾਣਨਾ, ਇਹੀ ਸਮਝ ਰੱਖਣੀ। ਪਾਤਸ਼ਾਹ ਮੈਨੂੰ ਹਜੇ ਸਮਝ ਨਹੀਂ ਪਈ ਕਿਉਂਕਿ ਮੇਰੀ ਸਮਝ ਹਜੇ ਉੱਥੇ ਤੱਕ ਨਹੀਂ ਪਹੁੰਚੀ, ਮੇਰਾ ਨੌਲੇਜ ਉਹ ਸਟੇਜ ਤੱਕ, ਉਹ ਲੈਵਲ ਤੱਕ ਨਹੀਂ ਪਹੁੰਚਿਆ ਜਿੱਥੋਂ ਤੱਕ ਮੈਂ ਤੁਹਾਨੂੰ ਸਮਝ ਸਕਾਂ। ਪਾਤਸ਼ਾਹ ਜੀ ਕਿਰਪਾ ਕਰੋ। ਇਸ ਕਰਕੇ ਤਾਂ ਸਿੱਖੀ ਵਿੱਚ ਅਰਦਾਸ ਹੈ ਨਾ, ਵੀ ਅਰਦਾਸ ਕਰੋ ਪਾਤਸ਼ਾਹ ਜੀ ਮੈਨੂੰ ਵੀ ਸਮਝਾ ਦਿਓ ਗੱਲ। ਪਰ ਇਹ ਨਹੀਂ ਜਿਹੜਾ ਮਨਮੁਖ ਲੋਕ ਕਰਦੇ ਨੇ, ਉਹ ਕੀ ਕਰਦੇ ਨੇ, ਜਿਵੇਂ ਬਾਬਾ ਪ੍ਰਿਥੀ ਚੰਦ ਨੇ ਕੀਤਾ, ਹੋਰ ਜਿਹੜੇ ਹਨ ਬਾਬਾ ਮਿਹਰਬਾਨ, ਹੋਰ ਉਹਨਾਂ ਦੇ ਨਾਲ ਦੇ ਜਿੰਨੇ ਵੀ ਮੀਣੇ ਹੋਏ ਜਿਹੜੇ ਹਨ, ਹੋਰ ਜਿਹੜੀਆਂ ਹਨ ਪਰੰਪਰਾ ਜਿਹੜੀਆਂ ਹੋਈਆਂ, ਉਹਨਾਂ ਨੇ ਗੁਰਬਾਣੀ ਨੂੰ ਸਿਰਫ ਆਪਣੇ ਮਨ ਦੀ ਸੀਮਾ ਤੱਕ ਹੀ ਰੱਖਿਆ, ਵੀ ਮੈਨੂੰ ਇੰਨੀ ਕੁ ਗੱਲ ਸਮਝ ਆਈ ਹੈ, ਬਸ ਇੰਨੀ ਕੁ ਗੱਲ ਆ, ਉਹ ਬਾਕੀ ਹੈ ਨਹੀਂ ਕੁਛ। ਇਸ ਕਰਕੇ ਜਿਹੜਾ ਹੈ ਇਹ ਪ੍ਰਥਾ ਜਿਹੜੀ ਹੈ, ਜਿਵੇਂ ਬਾਬਾ ਪ੍ਰਿਥੀ ਚੰਦ ਨੇ, ਉਹਨਾਂ ਨੇ ਗੁਰੂ ਨਾਨਕ ਨੂੰ ਇੱਕ ਮਨੁੱਖ ਪ੍ਰੂਫ ਕਰਨ ਵਾਸਤੇ ਹੀ ਉਹਨਾਂ ਨੇ ਸਾਰੀ ਜ਼ਿੰਦਗੀ ਸਾਰਾ ਉਹਨਾਂ ਨੇ ਹਿੰਮਤ ਲਾਈ ਵੀ ਗੁਰੂ ਨਾਨਕ ਨੂੰ ਇੱਕ ਆਮ ਮਨੁੱਖ ਜਾਣ ਲਓ, ਇੱਕ ਸਿਰਫ ਇੱਕ ਮਹਾਪੁਰਸ਼ ਜਾਣ ਲਓ, ਉਹਨੂੰ ਰੱਬ ਨਾ ਜਾਣੋ, ਕਿਉਂਕਿ ਆਪ ਉਹ ਰੱਬ ਨਹੀਂ ਬਣ ਸਕਦੇ। ਉਹ ਗੱਦੀ ਦਾ ਮਾਲਕ ਤਾਂ ਉਹੀ ਹੋਗਾ ਨਾ ਜਿਹੜਾ ਗੁਰੂ ਨਾਨਕ ਆਪ ਹੋਵੇਗਾ। ਇਸ ਕਰਕੇ ਜਿਹੜਾ ਆਪਣੀ ਕਮਜ਼ੋਰੀ ਨੂੰ ਉਹਨਾਂ ਨੇ ਦੂਜਿਆਂ ਤੇ ਠੋਸ ਦਿੱਤਾ, ਤੇ ਇਸ ਕਰਕੇ ਉਹਨਾਂ ਦੀ ਪਰੰਪਰਾ ਅੱਜ ਤੱਕ ਵੀ ਚੱਲਦੀ ਹੈ। ਜਿਹੜੇ ਲੋਕ ਅੱਜ ਜਿਹੜੇ ਹਨ ਰਾਗਮਾਲਾ ਤੇ ਕਿੰਤੂ ਪਰੰਤੂ ਕਰਦੇ ਨੇ, ਜਾਂ ਜਿਨ੍ਹਾਂ ਨੇ ਭਗਤਾ ਬਾਣੀ ਤੇ ਕਿੰਤੂ ਪਰੰਤੂ ਕਰਦੇ ਨੇ, ਭੱਟਾਂ ਦੇ ਸਵਈਆਂ ਤੇ ਕਰਦੇ ਨੇ, ਜਾਂ ਉਹ ਲੋਕ ਜਿਹੜੇ ਹਨ ਦਸਮ ਗ੍ਰੰਥ ਦੀ ਬਾਣੀ ਉੱਤੇ, ਗੁਰੂ ਗੋਬਿੰਦ ਸਿੰਘ ਦੀ ਰਚਨਾ ਉੱਤੇ ਕਿੰਤੂ ਪਰੰਤੂ ਕਰਦੇ, ਉਹੀ ਚੀਜ਼ ਹੈ। ਕਿਉਂਕਿ ਉਹਨਾਂ ਨੇ ਸਿੱਖੀ ਨੂੰ ਜਿਹੜਾ ਹੈ ਇੱਕ ਛੋਟਾ ਕਰਨਾ ਹੈ, ਗੁਰੂ ਨਾਨਕ ਨੂੰ ਛੋਟਾ ਕਰਨਾ। ਤੇ ਇਹ ਬੰਦੇ ਗੁਰੂ ਨਾਨਕ ਨੂੰ ਰੱਬ ਨਹੀਂ ਮੰਨਦੇ, ਪਰਮੇਸ਼ਰ ਨਹੀਂ ਮੰਨਦੇ। ਗੁਰੂ ਪਰਮੇਸ਼ਰ ਇੱਕੋ ਹੈ ਨਾ, ਸੋ ਇੱਕੋ ਹੀ ਹੈ ਨਾ, ਸੋ ਉਹਦੇ ਵਿੱਚ ਤਾਂ ਫਰਕ ਕੋਈ ਨਹੀਂ, ਗੁਰਬਾਣੀ ਕਹਿ ਰਹੀ ਹੈ। ਪਰ ਇੱਥੇ ਜਿਹੜਾ ਹੈ ਸਮਝ ਦੀ ਗੱਲ ਹੈ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਸਿੱਖ ਨੂੰ ਚਾਹੀਦਾ ਹੈ, ਭਾਵੇਂ ਉਹਦੇ ਵਿੱਚ ਸਰਬਗਤਾ ਨਹੀਂ, ਸਮਝ ਨਹੀਂ, ਪਰ ਇੰਨੀ ਗੱਲ ਚੇਤੇ ਰੱਖੇ, ਚੰਦਰਮਾ ਰੂਪ ਗੁਰੂ ਨਾਨਕ ਜਿਹੜਾ ਹੈ ਉਹੀ ਹੈ ਜੋ ਹੈ, ਪਰ ਮੇਰੀ ਸਮਝ ਛੋਟੀ ਹੈ। ਇਸ ਪ੍ਰਕਾਰ ਕਰਕੇ ਹੀ ਗਿਆਨ ਵੱਧਦਾ ਹੈ। ਇਸ ਕਰਕੇ ਆਪਾਂ ਗੁਰੂ ਦੇ ਜਿਹੜਾ ਹਨ ਕਿਰਪਾ ਦੇ ਪਾਤਰ ਬਣ ਸਕਦੇ ਹਾਂ। ਤੇ ਜਿੱਥੇ ਸਮਝ ਦੇ ਵਿੱਚ ਆਪਾਂ ਫਸ ਜਾਈਏ ਨਾ, ਉੱਥੇ ਹੰਕਾਰ ਪੈਦਾ ਹੁੰਦਾ ਹੈ, ਉੱਥੇ ਈਗੋ ਪੈਦਾ ਹੋਵੇਗੀ, ਉੱਥੇ ਜਿਹੜਾ ਕੱਟੜਪਣਾ ਆ ਜਾਏਗਾ। ਇਹ ਗੱਲਾਂ ਨੂੰ ਛੱਡ ਕੇ ਗੁਰੂ ਦੇ ਪਾਸ ਆਪਾਂ ਨੂੰ ਗੁਰੂ ਮਹਾਰਾਜ ਦੀ ਜਿਹੜਾ ਸਿੱਖੀ ਨੂੰ ਇਸ ਕਰਕੇ ਸਮਝਣਾ ਜ਼ਰੂਰੀ ਹੈ। ਡਗਮਗ ਚਾਲ ਸੁਢਾਲ ਹੈ, ਗੁਰਮਤਿ ਨਿਰਾਲੀ, ਚੜਿਆ ਚੰਦ ਨਾ ਲੁਕਈ, ਢੱਕ ਜੋਤ ਕੁਨਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।